इन्हां दी ਵੱਡਿਆਂ ਦੇ ਨਾਲ ਉੱਚਿਆਂ ਦੇ ਨਾਲ ਦੋਸਤੀ ਹੁੰਦੀ ਹੈ। ਆਪਾਂ ਦੁਨਿਆਵੀ ਤੌਰ ਦੇ ਉੱਤੇ ਵੇਖਦੇ ਹਾਂ ਕਿ ਉਹਨਾਂ ਦਾ ਇੱਕ ਵੀ ਕਾਰਜ ਨਹੀਂ ਰਹਿੰਦਾ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਆ। ਇਹੀ ਆਪਣੇ ਮਨ ਦੇ ਵਿੱਚ ਸਾਰਿਆਂ ਦੇ ਵਹਿਮ ਹੁੰਦਾ ਹੈ। ਇਸੇ ਕਰਕੇ ਅਸੀਂ ਪਾਰਟੀਆਂ ਦੇ ਵੱਲ ਭੱਜਦੇ ਹਾਂ ਕਿ ਸਾਡੀ ਉਸ ਪਾਰਟੀ ਨਾਲ ਹੋ ਜਾਵੇ, ਸਾਡੀ ਉਸ ਪਾਰਟੀ ਨਾਲ ਹੋ ਜਾਵੇ, ਤਾਂ ਅਸੀਂ ਕਿਤੇ ਲੋੜ ਪੈਣ ਦੇ ਉੱਤੇ ਕੋਈ ਕਾਰਜ ਸਿੱਧ ਕਰਵਾ ਸਕਦੇ ਹਾਂ, ਕਾਰਜ ਨੂੰ ਬਣਵਾ ਸਕਦੇ ਹਾਂ। ਪਰ ਦੂਜੇ ਪਾਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ ਅਤੇ ਇਸ ਨੂੰ ਪੁੱਛੋ ਕਿ ਮੇਰੇ ਸਾਹਿਬਾਂ, ਜ਼ਰੂਰਤ ਪੈਣ ਦੇ ਉੱਤੇ ਮੇਰੇ ਕਾਰਜ ਕਿੱਥੋਂ ਸਿੱਧ ਹੋਣਗੇ, ਕਿੱਦਾਂ ਸਿੱਧ ਹੋਣਗੇ, ਸਾਨੂੰ ਸਮਝਾਉਣਾ ਕਰੋਗੇ, ਕੁਛ ਦੱਸੋਗੇ। ਗੁਰਮੁਖ ਪਿਆਰਿਓ, ਜਦੋਂ ਅਸੀਂ ਫਿਰ ਗੁਰੂ ਸਾਹਿਬਾਂ ਨੂੰ ਪੁੱਛਦੇ ਹਾਂ, ਗੁਰੂ ਸਾਹਿਬਾਂ ਫਿਰ ਸਾਨੂੰ ਜਵਾਬ ਦਿੰਦੇ ਆ। ਕੀ ਕਹਿੰਦੇ ਹੈ? ਪਾਤਸ਼ਾਹ ਕਹਿ ਰਹੇ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਨਾ ਗੁਰਮੁਖ ਪਿਆਰਿਓ, ਕਹਿੰਦੇ ਉਹਨਾਂ ਦੇ ਕਾਜ ਸਰ ਜਾਂਦੇ ਆ, ਸਵਰ ਜਾਂਦੇ ਆ ਉਹਨਾਂ ਦੇ ਕਾਜ, ਉਹਨਾਂ ਦੇ ਕਾਰਜ ਸਿੱਧ ਹੋ ਜਾਂਦੇ ਆ, ਪੂਰ ਹੋ ਜਾਂਦੇ ਆ। ਫਿਰ ਗੁਰਮੁਖ ਪਿਆਰਿਓ, ਅਸੀਂ ਇਹ ਝੂਠੀ ਦੁਨੀਆ ਦਾ ਸਹਾਰਾ ਲੈਣ ਦੀ ਬਜਾਏ ਉਸ ਪਰਮ ਪਿਤਾ ਪਰਮਾਤਮਾ ਦਾ ਕਿਉਂ ਨਹੀਂ ਸਹਾਰਾ ਲੈਂਦੇ? ਹੁਣ ਸੰਗਤ ਨੇ ਕਹਿਣਾ, ਵੀਰ ਜੀ ਸਾਰੇ ਥੋੜ੍ਹਾ ਝੂਠੇ ਆ, ਤੁਸੀਂ ਝੂਠੀ ਦੁਨੀਆ ਆਖੀ ਹੈ, ਸਾਰੇ ਥੋੜ੍ਹਾ ਝੂਠੇ ਆ। ਨਹੀਂ ਗੁਰਮੁਖ ਪਿਆਰਿਓ, ਦਾਸ ਤੇ ਕੁਝ ਵੀ ਨਹੀਂ ਕਹਿ ਰਿਹਾ ਆਪਣੇ ਪੱਲਿਓਂ। ਦਾਸ ਦੀ ਕੋਈ ਔਕਾਤ ਵੀ ਨਹੀਂ ਹੈ ਕਿ ਆਪਣੇ ਪੱਲਿਓਂ ਕੁਝ ਆਖੇ। ਮੇਰੇ ਸਾਹਿਬਾਂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹੈ, ਪਾਤਸ਼ਾਹ ਕਹਿੰਦੇ ਹੈ, ਜਗ ਰਚਨਾ ਸਭ ਝੂਠ ਹੈ। ਇਹਦੇ ਵਿੱਚ ਸਾਰੇ ਆ ਗਏ ਗੁਰਮੁਖੋ, ਦਾਸ ਵੀ ਸ਼ਾਮਲ ਹੈ, ਤੁਸੀਂ ਵੀ ਸ਼ਾਮਲ ਹੋ। ਪਾਤਸ਼ਾਹ ਕਹਿ ਰਹੇ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇਮੀਤ। ਉਹ ਮਿੱਤਰਾ, ਤੂੰ ਇਸ ਗੱਲ ਨੂੰ ਸਮਝ ਲੈ, ਤੂੰ ਜਾਣ ਲੈ ਇਸ ਗੱਲ ਨੂੰ, ਜਿਹੜਾ ਇੱਥੇ ਪੈਦਾ ਹੋਇਆ ਉਹ ਸਭ ਝੂਠ ਹੈ। ਫਿਰ ਗੁਰਮੁਖ ਪਿਆਰਿਓ, ਸੱਚ ਕੀ ਹੈ? ਜਿਸ ਨੂੰ ਆਪਾਂ ਪੜ੍ਹਦੇ ਹਾਂ ਨਾ ਬੜੇ ਪਿਆਰ ਦੇ ਨਾਲ, ਆਦ ਸੱਚ, ਜਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸੱਚ ਹੈ, ਬਾਕੀ ਸਭ ਝੂਠ ਹੈ। ਫਿਰ ਅਸੀਂ ਕਿਉਂ ਨਾ ਗੁਰਮੁਖ ਪਿਆਰਿਓ ਉਸ ਸੱਚੇ ਦਾ ਸਹਾਰਾ ਲਈਏ, ਤਾਂ ਕਿ ਸਾਡੇ ਵੀ ਇਹ ਦੁਨੀਆ ਤੇ ਰਹਿੰਦਿਆਂ ਜੋ ਕਾਜ ਨੇ ਉਹ ਵੀ ਸਵਰਜਣ, ਅਤੇ ਜੋ ਪਰਲੋਕ ਦੇ ਕਾਰਜ ਨੇ ਉਹ ਵੀ ਸਾਡੇ ਸਵਰਜਣ। ਜੇ ਅਸੀਂ ਇਸ ਝੂਠੀ ਦੁਨੀਆ ਦੇ ਨਾਲ ਦੋਸਤੀ ਪਾ ਕੇ ਇਹਨਾਂ ਦੇ ਲਈ ਸਵਾਸ ਲਾ ਦੇਵਾਂਗੇ ਸਾਰੇ, ਉਹਨਾਂ ਨੇ ਇਹ ਸਾਡੇ ਦੁਨਿਆਵੀ ਕਾਰਜ ਤੇ ਠੀਕ ਚਲੋ ਕਰਵਾ ਦੇਣੇ ਆ, ਮੰਨ ਲੈਂਦੇ ਆ ਦੁਨਿਆਵੀ ਕਾਰਜ ਤੇ ਕਰਵਾ ਦੇਣੇ ਆ, ਪਰ ਅੱਗੇ ਵਾਲੇ ਕਾਰਜ ਕੌਣ ਕਰਾਏਗਾ? ਅੱਗੇ ਵਾਲੇ ਕਾਰਜ ਕੌਣ ਕਰਾਏਗਾ? ਅਤੇ ਇੱਥੇ ਰਹਿ ਕੇ ਵੀ ਕੁਝ ਐਦਾਂ ਦੇ ਕਾਰਜ ਨੇ ਜੋ ਇਹ ਦੁਨਿਆਵੀ ਲੋਕ ਵੀ ਕਰਵਾ ਨਹੀਂ ਸਕਦੇ, ਨਹੀਂ ਕਰਵਾ ਸਕਦੇ। ਬੇਸ਼ੱਕ ਉਹ ਦੇਸ਼ ਦਾ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਵੇ। ਹੁਣ ਤੁਸੀਂ ਕਹੋਗੇ, ਵੀਰ ਜੀ ਇੱਦਾਂ ਦਾ ਕਿਹੜਾ ਕਾਰਜ ਰਹਿ ਗਿਆ ਬਾਕੀ ਇਸ ਦੁਨੀਆ ਦੇ ਉੱਤੇ ਕਿ ਜਿਹੜਾ ਪ੍ਰਾਈਮ ਮਿਨਿਸਟਰ ਵੀ ਕਰਵਾ ਨਹੀਂ ਸਕਦਾ? ਉਹ ਕਾਰਜ ਹੈ ਗੁਰਮ ਪਿਆਰ ਵਾਲਿਓ, ਮੰਨ ਲਓ ਇਹ ਬੋਡੀ ਚੱਲਦੀ ਚੱਲਦੀ ਅਚਾਨਕ ਇਸ ਦੇ ਵਿੱਚ ਕੋਈ ਖਰਾਬੀ ਆ ਗਈ, ਇਹ ਹੌਸਪੀਟਲ ਚਲੀ ਜਾਂਦੀ ਹੈ, ਚਲੀ ਜਾਂਦੀ ਹੈ ਹੌਸਪੀਟਲ, ਪਰ ਲੇਕਿਨ ਉੱਥੇ ਕੋਈ ਡਾਕਟਰਾਂ ਦੇ ਰੱਬ ਤੇ ਨਹੀਂ ਹੈ, ਡਾਕਟਰਾਂ ਦੇ ਹੱਥ ਵੱਸ ਤੇ ਕੁਛ ਨਹੀਂ ਹੈ। ਉਹ ਆਪਣੀ ਮੈਡੀਸਿਨ ਦੇ ਸਕਦੇ ਹੈ, ਆਪਣੇ ਤਜਰਬੇ ਕਰ ਸਕਦੇ ਆ,
पर ठीक नहीं कर सकते। गुरमुखो, ठीक करन दी गारंटी नहीं ले सकते। जां कोई भी ਵੱਡੇ ਤੋਂ ਵੱਡਾ सिफारिश वाला क्यों ना होवे, उस नूं ठीक करन दी गारंटी दुनिया ते जे कोई लै सकदा ओ इको एक है, मेरा वैद गुरु गोबिंदा। सत श्री अकाल। पातशाह कहंदे है इस करके गुरमुख प्यारिओ आपां उस तो अपने कारज सिद्ध करा लेने अते ये कारज ते सिद्ध होने ही होने आ। इस कारज दे नाल दी नाल मेरे साहिबा ने एक होर कारज भी जोड़ दिता, एक होर कारज दे लई कह दिता कि वो कारज जो दरगाह दे विच जाके आपां ने करवाउणे, जो दरगाह दे विच जाके आपां थां मिलनी है, उत्थे सानू किसे ने बहन नहीं देना जे साडी उस उच्चियां दे नाल दोस्ती नहीं होएगी, जे असी नाम नू आराध्या नहीं होएगा, जे असी नाम नू ध्याया नहीं होएगा, सानू उत्थे जगह नहीं मिलनी। गुरमुख प्यारिओ, जगह नहीं मिलनी। उत्थे जगह मिल जानी है हर गुर पूरा आराध्या, हर गुर पूरा आराध्या दरगह सच खरे। उस दरगाह दे विच असी खरे पाए जावांगे। उत्थे सानू खरियां नू थां मिलदी है। खोटियां नू की करदे है? खोटियां नू चुक के बाहर सुट दिंदे है। खोटियां नू चुक के बाहर सुट दिंदे है। कह रहे है पातशाह, खरे खजाने पाईयन, खोटे सुटियन बाहर। खरे खजाने पाईयन अते खोटियां नू की कहता? खोटे सुटियन बाहर। अते फिर असी क्यों नहीं गुरमुख प्यारिओ, क्यों नहीं खरे होण दी कोशिश करते? खोटे क्यों आ असी? पातशाह ये भी सानू बड़ा प्यार दे नाल समझाउणा करदे आ। कहंदे मेरा मालिक आपे अपनी कुदरत नू साज लैंदा अते आप ही विचार करदा। अते अगे दूजे पासे की कह रहे? कहंदे एक जेड़े खोटे ने इस दुनिया दे विच, एक पासे खरे ने। जिद्दां आपां रात भी विचार कीती सी कि गुरमुख ते मनमुख दी एक कहानी है, झूठे दी ते सच्चे दी एक कहानी है, सच दी ते झूठ दी एक कहानी है। ये जिहड़ी कहानी चल रही है बराबर बराबर, एक पासे झूठ है, एक पासे सच है, एक पासे खरा है, एक पासे खोटा है, एक पासे गुरमुख है ते दूजे पासे मनमुख है। हुण इत्थे पातशाह कहंदे है, कहंदे खोटियां दी परख हुंदी है। खोटियां दी परख हुंदी है। कौन करदा? पारखू करदा। पारखू, पारखू कौन है? जिद्दां आपां एक सोने दी परख करन दे लई सुनियार दे कोल जाने आ ना, लोहार सोने दी परख नहीं कर सकदा। लोहार सोने दी परख नहीं कर सकदा। खो सोने दी परख दे लई सानू सुनियार दे कोले जाना पैंदा है। पातशाह ऐदां ही कह रहे है, एक खोटे एक खरे आपे परखण हार। फिर परख के की करदा? परख के ये करदा है, खरे खजाने पाई है, खोटे सिटी है बाहर। फिर खरियां नू ਉਹ चुक के खजाने दे विच पा लैंदे आ, भाव अपनी गोद दे विच लै लैंदे आ, अपने नाल एक मिक कर लैंदे आ। जोत दे नाल जोत रल जांदी है खरियां दी, अते खोटियां नू चुक के बाहर सुट दिंदे आ।
खोटे सच्ची दरगह सुटिए, किस आगे करे पकार। उस सच्ची दरगाह दे विच झूठा नहीं फिर कोई टिकदा। साडी उत्थे कोई फरियाद सुनने वाला भी नहीं गुरमुख प्यारे। उत्थे कोई वकील नहीं है, कोई अपील नहीं है, ते कोई दलील भी नहीं है। उत्थे कोई अपील नहीं है, कोई वकील नहीं है, कोई दलील नहीं है। हाँ, एक गल हो सकती है, जदों असी चरना ते ढह पवांगे, जिद्दां हुण अपने विच की है, अवगण है। हम अवगण भरे एक गुण नहीं। हुण साडे विच अवगण है, एक भी साडे विच गुण नहीं। हाँ, मेरे मालिक दे चरनी ढह पईए, चरनी ढह पईए गुरमुख प्यारिओ। सतगुरु फिर ये करन दी क्षमता रखदा है। सतगुर ये करन दी क्षमता रखदा है। की करन दी? खोटे तो खरे करन दी क्षमता मेरे सतगुरु रखदे है। होर किसे दे हत्थ दे विच ये पावर नहीं है। पातशाह कह रहे है गुरबाणी दे विच, सतगुर खोटियों खरे करे। कहंदे सतगुरु ही कर सकदा खोटियां तो खरे। सतगुर खोटियों खरे करे, शब्द सवारण हार। हुण जदों सतगुरु खोटे तो खरा करेगा ना, उदों भी सहायता किहदी होएगी, हैल्प किहदी होएगी, सहयोग किहदा होएगा। समझ लागी होनी अद्धी संगत नूं। की बोले शब्द दे विच आपां ने, सतगुर खोटियों खरे करे, अगे शब्द सवारन हार। वो केड़ा शब्द है? अनहद बाणी। ओ सहज धुन, ओ शब्द कनेरे, ओ अनहद नाद, अनहद तूर। इस नूं शब्द कहंदे है। ये शब्द ने अपनी बक्की जिंदगी नूं सवार देना। इस करके दास बार बार बेनती करदे संगत दे अगे कि गुरु प्यार वालिओ, आपां शब्द दे नाल प्यार पाओ, शब्द दे नाल प्यार पाओ। उस नूं बैठ के सुनिया करो, बैठ के उस नूं सुनिया करो। जे सतगुरु दे नाल प्यार पावांगे तां गुरमुख प्यारिओ साडा जाके पार उतारा होना है। तां सानू इस शब्द ने इस भवजल तो पार करना है, इस भवजल तो पार करना है जे असी प्यार पावांगे। की कह रही है पातशाह? पातशाह कह रहे हैं सतगुरु है बोहिता, शब्द लंघावण हार। हुण ते क्लीयर हो गया ना किने लंघाउणा है आपां नूं, आपां नूं किने लंघाउणा है, हुण ते क्लीयर हो गया। सतगुरु है बोहिता, शब्द लंघावण हार। इस करके गुरु प्यार वालिओ जरूरी है शब्द। जिन्नी देर साडे अंदर शब्द प्रगट नहीं हुंदा, उन्नी देर असी भवजल नूं पार नहीं कर सकते, पार नहीं कर सकते। बेशक असी दिन रात गुरबाणी पढ़ते हैं, बेशक असी दिन रात सिमरन करते हैं, बेशक असी दिन रात धूफां दिन्ने आ, बंदगी करते हैं, सुचमता रखते हैं। पर जिन्नी देर शब्द प्रगट नहीं हुंदे ना, उन्नी देर आपां भवजल नूं पार नहीं कर सकते, भवजल नूं पार नहीं कर सकते। ये गल नूं हमेशा याद रख लियो, जहन दे विच रख लियो। तुसीं कह देना वीर जी फिर साडी की गलती है? गलती ये है गुरमुख प्यारिओ, साडी ही है। गलती साडी ही है। जदों असीं चंगे तरीके दे नाल इस नूं फरोलांगे तां गलती कित्थों निकलनी है? साडी ही निकलनी है। जिहड़ी असीं भगती करदे आं, जिहड़ी असीं बंदगी करदे आं, उस दे नाल
ਅਸੀਂ ਆਪਣੇ ਮਨ ਦੀ ਮੈਲ ਨੂੰ ਧੋਣਾ ਹੁੰਦਾ ਹੈ। ਇਹ ਨਹੀਂ ਹੈ ਕਿ ਕੱਲਾ ਅਸੀਂ ਮੁਖ ਤੋਂ ਵਾਹਿਗੁਰੂ 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 ਅੱਲਾ ਅੱਲਾ ਗੌੜ ਗੌੜ ਰਾਮ ਰਾਮ ਕਰੀ ਜਾਂਦੇ ਆ, ਪਰ ਸਾਡੇ ਮਨ ਦੀ ਮੈਲ ਨਹੀਂ ਸਾਫ਼ ਹੋਈ। ਜਿੰਨੀ ਦੇਰ ਸਾਡੇ ਮਨ ਦੀ ਮੈਲ ਨਹੀਂ ਉਤਰਦੀ, ਓਨੀ ਦੇਰ ਗੁਰਮੁਖ ਪਿਆਰਿਓ ਨਾ, ਜਿੰਨੀ ਦੇਰ ਅਸੀਂ ਰੀਝ ਦੇ ਨਾਲ ਗੁਰੂ ਦੀ ਮੱਤ ਦੇ ਨਾਲ ਸਿਮਰਨ ਨਹੀਂ ਕਰਦੇ, ਓਨੀ ਦੇਰ ਸਾਡੇ ਮਨ ਦੀ ਮੈਲ ਨਹੀਂ ਉਤਰਦੀ। ਇਸ ਦਾ ਮਤਲਬ ਸਾਡੇ ਸਿਮਰਨ ਕਰਨ ਦੇ ਵਿੱਚ, ਸਾਡੇ ਭਗਤੀ ਬੰਦਗੀ ਜੋਦੜੀ ਕਰਨ ਦੇ ਵਿੱਚ ਕੋਈ ਫਰਕ ਹੈ ਕਿਤੇ ਨਾ ਕਿਤੇ। ਸਾਡਾ ਪਿਆਰ ਨਹੀਂ ਬਣਿਆ। ਜਦੋਂ ਸਾਡਾ ਪਿਆਰ ਬਣ ਗਿਆ ਨਾ, ਉਸ ਵੇਲੇ ਗੁਰਮੁਖ ਪਿਆਰਿਓ ਇਸ ਮਨ ਦੀ ਮੈਲ ਉਤਰਨੀ ਸ਼ੁਰੂ ਹੋ ਜਾਣੀ ਹੈ। ਮੇਰੇ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਫਰਮਾਨ ਕਰ ਦਿੱਤਾ। ਕੀ ਆਖਿਆ? ਪਾਤਸ਼ਾਹ ਕਹਿ ਰਹੇ ਹੈ, ਮਨ ਮੁਖ ਹਰ ਹਰ ਕਰ ਥੱਕੇ। ਕਹਿੰਦੇ ਉਹ ਥੱਕ ਗਏ ਹਰੀ ਹਰੀ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਹਿ ਕੇ, ਪਰ ਮੈਲ ਸਕੈ ਨਾ ਧੋਏ, ਪਰ ਉਹ ਮਨ ਨੂੰ ਧੋ ਨਹੀਂ ਸਕੇ। ਉਹ ਥੱਕ ਗਏ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਕੇ। ਕਰਦੇ ਬੜੀ ਆ, ਮਿਹਨਤ ਕਰ ਰਹੇ ਹੈ, ਪਰ ਮੈਲ ਨਹੀਂ ਧੋ ਸਕੇ। ਕਿਉਂ? ਕਿਉਂਕਿ ਗੁਰਮੁਖ ਪਿਆਰਿਓ ਉਹਨਾਂ ਨੇ ਆਪਣੀ ਮੱਤ ਨਹੀਂ ਛੱਡੀ। ਮੱਤ ਨਹੀਂ ਛੱਡੀ। ਜਿੰਨੀ ਦੇਰ ਅਸੀਂ ਗੁਰੂ ਦੀ ਮੱਤ ਨੂੰ ਨਹੀਂ ਲੈਂਦੇ, ਓਨੀ ਦੇਰ ਅਸੀਂ ਮਨ ਦੀ ਮੈਲ ਨੂੰ ਧੋ ਨਹੀਂ ਸਕਦੇ। ਫਿਰ ਜਿੰਨੀ ਦੇਰ ਮਨ ਦੀ ਮੈਲ ਨਹੀਂ ਉਤਰਦੀ, ਮਨ ਪਵਿੱਤਰ ਨਹੀਂ ਹੁੰਦਾ, ਓਨੀ ਦੇਰ ਇਸ ਨੂੰ ਦਰਗਾਹ ਦੇ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਹੈ। ਹੁਣ ਸੰਗਤ ਨੇ ਕਹਿਣਾ, ਵੀਰ ਜੀ ਕਿਉਂ ਨਹੀਂ ਇਜਾਜ਼ਤ? ਕਿਉਂਕਿ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਡਿਕਲੇਅਰ ਕਰ ਦਿੱਤਾ, ਸਿੱਧ ਕਰ ਦਿੱਤਾ ਮੇਰੇ ਸਾਹਿਬਾਂ ਨੇ ਕਿ ਮੇਰਾ ਮਾਲਕ, ਮੇਰਾ ਹਰੀ, ਮੇਰਾ ਗੌੜ, ਮੇਰਾ ਵਾਹਿਗੁਰੂ ਉਹ ਪਵਿੱਤਰ ਹੈ, ਉਹ ਉਜਲ ਹੈ, ਉਹ ਨਿਰਮਲ ਹੈ। ਅਤੇ ਜੇ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਨਿਰਮਲ ਹੋਣਾ ਪੈਣਾ ਹੈ। ਸਾਹਿਬਾਂ ਨੇ ਫਰਮਾਨ ਕਰ ਦਿੱਤਾ, ਸਾਹਿਬ ਮੇਰਾ ਨਿਰਮਲਾ ਨਿਰਮਲ ਮਿਲਿਆ ਜਾਏ। ਕਹਿੰਦੇ ਨਿਰਮਲ ਹੋਵਾਂਗੇ ਤਾਂ ਮਿਲਿਆ ਜਾਏਗਾ। ਫਿਰ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਦੋਂ ਹਰ ਇੱਕ ਸ਼ਬਦ ਦੇ ਨਾਲ, ਹਰ ਇੱਕ ਮੰਤਰ ਦੇ ਨਾਲ ਸਾਡੇ ਮਨ ਦੀ ਮੈਲ ਉਤਰਨੀ ਚਾਹੀਦੀ ਹੈ। ਕਿੱਦਾਂ ਉਤਰੇਗੀ? ਸਭ ਤੋਂ ਪਹਿਲਾਂ ਸਾਨੂੰ ਸੋਚਣਾ ਪਏਗਾ, ਸਾਡੇ ਮਨ ਨੂੰ ਮੈਲ ਲੱਗਦੀ ਕਿਸ ਚੀਜ਼ ਦੀ ਹੈ। ਉਸ ਤੋਂ ਵੀ ਪਿੱਛੇ ਜਾਵਾਂਗੇ ਨਵੀਂ ਸੰਗਤ ਦੇ ਲਈ। ਵੈਸੇ ਹੁਣ ਤੇ ਤਕਰੀਬਨ ਕਾਫੀ ਸੰਗਤ ਪੁਰਾਣੀ ਹੋ ਚੁੱਕੀ ਹੈ, ਫਿਰ ਵੀ ਨਵੀਂ ਸੰਗਤ ਦੇ ਲਈ ਇਹ ਸੋਚਣਾ ਹੋਏਗਾ, ਮਨ ਕੌਣ ਹੈ, ਮਨ ਕਿੱਥੇ ਰਹਿੰਦਾ ਹੈ, ਮਨ ਕਿਹੋ ਜਿਹਾ। ਮਨ ਨੂੰ ਜਿਹੜੀ ਮੈਲ ਲੱਗਦੀ ਹੈ ਉਹ ਕਾਸ ਦੀ ਲੱਗਦੀ ਹੈ। ਇਹ ਨਵੀਂ ਸੰਗਤ ਦੇ ਲਈ ਹੈ। ਜਦੋਂ ਪਤਾ ਲੱਗਿਆ ਨਾ ਕਿ ਇਸ ਚੀਜ਼ ਦੀ ਮਨ ਨੂੰ ਮੈਲ ਲੱਗਦੀ ਹੈ, ਕਾਹਦੀ ਲੱਗਦੀ ਹੈ? ਮਨ ਨੂੰ ਮੈਲ ਲੱਗਦੀ ਹੈ ਸਾਡੇ ਗੰਦੇ ਵਿਚਾਰਾਂ ਦੀ, ਬੈਰ ਦੀ, ਵਿਰੋਧ ਦੀ, ਈਰਖਾ ਦੀ, ਚੁਗਲੀ ਦੀ, ਨਿੰਦਿਆ ਦੀ। ਇਹ ਮੈਲ ਸਾਡੇ ਮਨ ਨੂੰ ਲੱਗਦੀ ਹੈ। ਇਸ ਤੋਂ ਇਲਾਵਾ ਹੋਰ ਹੈ ਸੈਂਸੇ, ਚਿੰਤਾ, ਫਿਕਰ। ਇਸ ਦੀ ਵੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਫਿਰ ਸੰਗਤ ਨੇ ਕਹਿਣਾ, ਵੀਰ ਜੀ ਸੈਂਸੇ ਚਿੰਤਾ ਕਰਨਾ ਇਹ ਕਿਹੜਾ ਸਾਡੇ ਵੱਸ ਦਾ ਰੋਗ ਹੈ? ਹਾਂ, ਵੱਸ ਦਾ ਰੋਗ ਹੈ ਗੁਰੂ ਪਿਆਰਿਓ। ਕਿਉਂ? ਕਿਉਂਕਿ ਮੇਰੇ ਪਾਤਸ਼ਾਹ ਸਾਨੂੰ ਚਿੰਤਾ ਕਰਨ ਤੋਂ ਰੋਕ ਰਹੇ ਆ। ਚਿੰਤਾ ਕਰਨਾ ਉਸ ਮਾਲਕ ਦਾ ਕੰਮ ਹੈ ਜਿਸ ਨੇ ਸਾਨੂੰ ਸਾਜਿਆ। ਨੌਕਰ ਦਾ ਕੰਮ ਨਹੀਂ ਚਿੰਤਾ ਕਰਨਾ। ਨੌਕਰ ਦਾ ਕੰਮ ਹੈ ਸਿਰਫ ਕੰਮ ਕਰਨਾ। ਘਾਟਾ ਹੋਏਗਾ, ਵਾਧਾ ਹੋਏਗਾ, ਇਹ ਮਾਲਕ ਨੂੰ ਹੋਏਗਾ।
ਇਹ ਮਾਲਕ ਨੂੰ ਚਿੰਤਾ ਹੈ, ਨੌਕਰ ਨੂੰ ਕਾਹਦੀ ਚਿੰਤਾ? ਨੌਕਰ ਦਾ ਕੰਮ ਹੈ ਕੰਮ ਕਰਨਾ। ਇਸ ਕਰਕੇ ਆਪਾਂ ਵੀ ਨੌਕਰ ਹਾਂ, ਆਪਣਾ ਉਹ ਮਾਲਕ ਹੈ, ਉਸ ਨੂੰ ਫਿਕਰ ਹੈ ਗੁਰਮੁਖ ਪਿਆਰਿਓ। ਇਸ ਕਰਕੇ ਸਾਨੂੰ ਰੋਕ ਦਿੱਤਾ, ਨਾਨਕ ਚਿੰਤਾ ਮਤ ਕਰ। ਕਹਿੰਦੇ ਤੂੰ ਚਿੰਤਾ ਨਾ ਕਰ। ਚਿੰਤਾ ਤਿਸ ਹੀ ਹੈ, ਕਹਿੰਦੇ ਉਸ ਨੂੰ ਹੀ ਚਿੰਤਾ ਹੈ ਜਿਹੜੇ ਇਹ ਜੀਵ ਪੈਦਾ ਕੀਤੇ ਹੈ। ਕੋਈ ਕਿਤੇ ਕੀਤਾ, ਕੋਈ ਕਿਤੇ ਕੀਤਾ, ਕੋਈ ਕਿਤੇ ਕੀਤਾ। ਆਪਾਂ ਸਿਆਣਿਆਂ ਕੋਲੋਂ ਕਹਾਵਤ ਸੁਣਦੇ ਆ ਰਹੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਕਿ ਪੱਥਰ ਦੇ ਵਿੱਚ ਕੀੜਾ ਹੁੰਦਾ ਹੈ, ਉਸ ਨੂੰ ਵੀ ਉਹ ਰਿਜ਼ਕ ਪਹਿਚਾਨ ਰਿਹਾ ਹੈ। ਜਦੋਂ ਕਿ ਉੱਥੇ ਕੋਈ ਬੇਜ਼ਾਰ ਨਹੀਂ ਹੈ, ਉੱਥੇ ਕੋਈ ਹੱਟ ਨਹੀਂ ਹੈ, ਉੱਥੇ ਕੋਈ ਲੈਣ ਦੇਣ ਨਹੀਂ ਹੁੰਦਾ, ਉੱਥੇ ਕੋਈ ਸੌਦਾ ਨਹੀਂ ਹੈ, ਪਰ ਉੱਥੇ ਵੀ ਮੇਰੇ ਸਾਹਿਬਾਂ ਇੱਕ ਜੀਵ ਨੂੰ ਖਾਣਾ ਪਹਿਚਾਨ ਰਹੇ ਆ। ਉਹ ਗੁਰਮੁਖੋ ਜਦੋਂ ਉੱਥੇ ਖਾਣਾ ਪਹਿਚਾਨ ਰਹੇ ਆ, ਫਿਰ ਅਸੀਂ ਕਿਸ ਚੀਜ਼ ਦਾ ਫਿਕਰ ਕਰਦੇ ਹਾਂ? ਇੱਥੇ ਤੇ ਸਾਰਾ ਕੁਝ ਹੈ, ਸਾਰਾ ਕੁਝ ਹੈ ਇੱਥੇ ਤੇ। ਇਸ ਕਰਕੇ ਅਸੀਂ ਉਹਨਾਂ ਚਿੰਤਾਵਾਂ ਨੂੰ ਛੱਡੀਏ ਜਿਸ ਦੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਹ ਅਸੀਂ ਗੁਰੂ ਦੇ ਹੁਕਮ ਤੋਂ ਆਕੀ ਹੋ ਗਏ ਤਾਂ ਅਸੀਂ ਚਿੰਤਾ ਕਰਦੇ ਹਾਂ। ਅਸੀਂ ਹੁਕਮ ਦੇ ਵਿੱਚ ਨਹੀਂ ਆਏ। ਜਦੋਂ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਨਾ, ਫਿਰ ਗੁਰਮੁਖ ਪਿਆਰਿਓ ਸਾਡੀ ਚਿੰਤਾ ਖਤਮ ਹੋ ਜਾਣੀ ਹੈ। ਪਤਾ ਲੱਗ ਜਾਣਾ ਕਰੇ ਕਰਾਵੇ ਆਪੇ ਆਪ, ਮਾਨਸ ਕੈ ਕਿਛ ਨਾਹੀ ਹਾਥ। ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਪਤਾ ਲੱਗ ਜਾਣਾ ਇਸ ਭੋਲੇ ਜੀਵ ਨੂੰ, ਕਰ ਆਪਾਂ ਹੁਣ ਵੀ ਕੁਝ ਨਹੀਂ ਸਕਦੇ। ਚਿੰਤਾ ਕਰਕੇ ਕੀ ਅਸੀਂ ਕੁਝ ਸਵਾਰ ਲੈਂਦੇ ਹਾਂ? ਚਿੰਤਾ ਕਰਨ ਦੇ ਨਾਲ ਕੀ ਮਸਲੇ ਹੱਲ ਹੋ ਜਾਂਦੇ ਆ? ਸਿਆਣੇ ਬਜ਼ੁਰਗ ਕਹਿ ਰਹੇ ਹੈ, ਚਿੰਤਾ ਚਿਖਾ ਦੇ ਬਰਾਬਰ ਹੁੰਦੀ ਹੈ। ਚਿੰਤਾ ਚਿਖਾ ਦੇ ਬਰਾਬਰ ਹੁੰਦੀ ਹੈ ਗੁਰਮੁਖ ਪਿਆਰਿਓ। ਫਿਰ ਕਿਉਂ ਅਸੀਂ ਇਸ ਚਿਖਾ ਨੂੰ ਤਿਆਰ ਕਰਦੇ ਹਾਂ? ਕਿਉਂ ਇਸ ਚਿਖਾ ਨੂੰ ਅਸੀਂ ਤਿਆਰ ਕਰਦੇ ਹਾਂ? ਇਸ ਕਰਕੇ ਧਿਆਨ ਦਈਏ, ਧਿਆਨ ਦਈਏ ਗੁਰਮੁਖ ਪਿਆਰਿਓ। ਨਹੀਂ ਤੇ ਆਪਾਂ ਦਰਗਾਹ ਦੇ ਵਿੱਚ ਹਾਰ ਜਾਵਾਂਗੇ। ਅਸੀਂ ਦਰਗਾਹ ਦੇ ਵਿੱਚ ਹਾਰ ਜਾਵਾਂਗੇ। ਕਿਉਂ? ਕਿਉਂਕਿ ਅਸੀਂ ਅਗਿਆਨੀ ਹਾਂ। ਅਸੀਂ ਅਗਿਆਨ ਤੋਂ ਹੀਣੇ ਆ ਗਿਆਨ ਤੋਂ ਅਸੀਂ ਗੁਰਮੁਖ ਪਿਆਰਿਓ। ਜਿਹੜੇ ਗਿਆਨ ਤੋਂ ਹੀਣੇ ਹੁੰਦੇ ਆ ਨਾ, ਭਗਤ ਜਨਾਂ ਨੇ ਤੇ ਫਿਰ ਉਹਨਾਂ ਨੂੰ ਅੰਨੇ ਤੱਕ ਵੀ ਕਹਿ ਦਿੱਤਾ, ਹਮ ਅੰਧਲੇ ਗਿਆਨਹੀਨ ਅਗਿਆਨੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਉਹ ਕਿਉਂ ਅਸੀਂ ਇਸ ਮਾਰਗ ਤੇ ਚੱਲ ਰਹੇ ਹਾਂ? ਫਿਰ ਤਾਂ ਹੀ ਚੱਲ ਰਹੇ ਹਾਂ ਨਾ ਕਿ ਅੰਨੇ ਆ ਅਸੀਂ। ਸਾਨੂੰ ਪਤਾ ਨਹੀਂ ਕਿ ਇਸ ਮਾਰਗ ਦੇ ਉੱਤੇ ਜਾਵਾਂਗੇ ਤੇ ਸਿੱਧੀ ਗੱਡੀ ਕਿੱਥੇ ਰੁਕੇਗੀ? ਜਾ ਕੇ ਨਰਕਾਂ ਦੇ ਵਿੱਚ ਰੁਕੇਗੀ, ਨਰਕਾਂ ਦੇ ਵਿੱਚ ਰੁਕੇਗੀ। ਇਸ ਕਰਕੇ ਗੁਰਮੁਖ ਪਿਆਰਿਓ, ਪਾਤਸ਼ਾਹ ਆਪਾਂ ਨੂੰ ਬਾਰ-ਬਾਰ ਸਮਝਾਉਣਾ ਕਰਦੇ ਹੈ। ਕੀ ਕਹਿ ਰਹੇ ਹੈ? ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਹੈ ਮੇਰੇ ਮਿਤਾ, ਹੈ ਮੇਰੇ ਮਾਲਕਾ, ਹੈ ਮੇਰੇ ਡਾਡਿਆ, ਮੈਂ ਮਨਜ਼ੂਰ ਕਰ ਲਿਆ, ਮੈਂ ਸਵੀਕਾਰ ਕਰ ਲਿਆ ਕਿ ਮੈਂ ਅੰਨਾ, ਮੈਂ ਅਗਿਆਨਹੀਨ ਹਾਂ, ਮੈਂ ਅਗਿਆਨੀ ਹਾਂ, ਮੈਂ ਮਨਜ਼ੂਰ ਕਰ ਲਿਆ। ਪਰ ਹੁਣ ਤੁਸੀਂ ਮੈਨੂੰ ਆਪਣਾ ਅੰਚਲ ਦੇ ਦਿਓ। ਆਪਣਾ ਅੰਚਲ ਕਹਿੰਦੇ ਆ ਗੁਰਮੁਖ ਪਿਆਰਿਓ ਪੱਲੇ ਫੜਨੇ। ਜਿਹੜਾ ਆਪਣਾ ਕੋਈ ਪੱਲਾ ਹੁੰਦਾ ਹੈ ਨਾ, ਕੋਈ ਪੱਲਾ ਫੜਾ ਦਿੰਦਾ ਹੈ। ਜਿੱਦਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜਿਆਂ ਨੂੰ ਆਪਣਾ ਪੱਲਾ ਫੜਾ ਕੇ ਬਾਹਰ ਕੱਢ ਲਿਆ ਸੀ, ਜਿਹਨੂੰ ਆਪਾਂ ਕਲੀਆਂ ਕਹਿ ਰਹੇ ਹਾਂ, ਚੋਲਾ ਕਹਿ ਦਿੰਦੇ ਹਾਂ। ਚੋਲੇ ਦੀਆਂ ਕਲੀਆਂ ਫੜੀਆਂ ਸੀ।
इस तरीके नाल उस नूं पल्ला कह दिंदे आ। इत्थे भी पातशाह पल्ले दा नाम लैंदे है। हम अंधले को गुर अंचल दीजै। अंचल मीन्स पल्ला। हम अंधले को गुर अंचल दीजै, जन नानक चिलहु मिलन था। मेरे नानक, मेरे पातशाह, मेरे गुरु दे नाल मिल के आपां इस भवजल नूं पार हो जाइए, पार हो जाइए। गुरमुख प्यारिओ, आपां गुरु तो बगैर आपां इस भवजल नूं पार नहीं हो सकते। याद रख लिओ, याद रख लिओ, आपां भवजल तो पार नहीं हो सकते। क्यों? क्योंकि साडे दुआले ये माया नागणी हो गई। इस माया नागणी ने सानू छल दिता। छल, छल समझ गए? जिद्दां असीं पंजाबी च कह दिंदे आ ना कि कोई कीड़ा मूँह ला गया, वो डंग ला गया, वो छल गया सानू। जदों कोई कीड़ा वो सब कोई मूँह ला जांदा है, वो फिर शरीर लत्त जिथे मूँह लाउंदा है उसका बुरा हाल हो जाता है। इस करके पातशाह ने गुरबाणी दे विच भी जिक्र कीता है, छल नागिन मेरी टूटन होई। कहंदे उस नागन ने जिहड़ी ने मैनू छलिया ना, उस दे नालों मैं तोड़ दिती हूँ, तोड़ दिती मैं उस दे नालों। क्यों तोड़ी सी? मैं गुरु दा कहना मन लिया। गुरु ने आखिया सी ये झूठी है, गुरु ने आखिया सी ये झूठी है। छल नागन मेरी टूटन होई, गुर कहिया ये झूठी तो ही, ये झूठी है। गुरु ने आखिया सी, मैं इस दे नालों तोड़ लती। अते ये भी कह दिता, कहंदे इस नागन ने पता नहीं किन्ने क घर गाड़ दिते, किन्ने क घर गाड़ दिते। घर मीनस काया, काया ये शरीर। पातशाह कह रही है ये ठगवारी बहुत घर गाले। कहंदे इसने बड़े घर गाले है। पर बचनगे किदां? जेड़े गुरु दी शरण दे विच आ जाणगे। हम गुर राखे, हम गुर राख लिए कर पाले। सानू ते गुरु ने हथ दे के बचा लिया, सानू साडे गुरु ने रख लिया। हुण गुरमुख प्यारिओ, फिर इस नूं भजाउण दा जिहड़ा असल तरीका है, असल तरीका है वो किहड़ा? सूरा सो पहचानिए जो लड़ै दीन कै हेत। सानू लड़ाई करनी पैनी है, सानू युद्ध करना पैना है। फिर गुरमुख प्यारिओ असी इथों जित प्राप्त करके जा सकते हैं। जिहड़ा ये खेल है ना, इस खेल ने आखिरकार एक मैदान दा, एक जंग दा रूप धारण कर लिया। इस जंग दे विच सानू तीर चुकने पैने आ, सानू तीर चलाउणे पैने आ, सानू तीर चलाउणे पैने हैं। सूरा सो पहचानिए जो लड़ै दीन कै हेत। पुरजा पुरजा कट मरै कबहू ना छाड़ै खेत। ये बचन, ये शब्द उन्हां गुरमुखां दे लई है जेड़े कह रहे है कि वीर जी फुरने साडा पिछा नहीं छड्डदे, फुरने साडा पिछा नहीं छड्डदे। ये उन्हां दे लई है। पातशाह ने सानू कहा, साडे गुरु ने सानू कहा, पुरजा पुरजा कट मरै कबहू ना छाड़ै खेत। ये जिन्ने मर्जी सानू फुरने देन, असी ने खेत नहीं छड्डना। भाव असी फुरने नहीं फड़ के असी इस शरीर तो बाहर नहीं जाना। असी मन नू दशां दिशावां दे विच जान नहीं देना। खेत जाण दा भाव है मन दा दशां दिशावां दे विच उड़ जाना। आपां ने मन नू दशां दिशावां दे विच उड़न नहीं देना। आपां ने मन नू इत्थे ही इस शरीर दे विच रह के गुरमंत्र दे तीर मारन दे लई मजबूर कर देना, ताकि वो पंजां चोरां दी फौज नू भजना पै जाए। अपने मन बच्चे दी जित प्राप्त हो जाएगी।
जिस दिन वो चोर दौड़ गए। चोर कदों दौड़नगे? जदों असीं इस मैदान दे विच जूझांगे, इस मैदान दे विच असीं लड़ांगे, उदों ये भज्जणगे। गुरमुख प्यारिओ, उदों भज्जणगे ये। चलो फिर आपां क्यों ना हुण अपने तीर कमान चक लईए, क्यों ना अपने गुरु दे वचनां नूं मन के आपां हथियार चुक लईए। हथियार चुक के आपां मैदाने जंग दे विच जूझ जाइए। क्योंकि सानू एक हदायत भी ते दित्ती है ना मेरे पिता ने। किहड़ी हदायत है? वो हदायत है कि खालसे दा काम है हर रोज युद्ध करना, जंग करनी, हर रोज जंग करनी। पर इत्थे कुछ मेरे वीर समझ जाते आ कि पता नहीं बाहर जंग की गल करते आ। बाहर जंग की गल बाद दे विच है। गुरमुख प्यारिओ, पहला असीं अपनी इस कायां दे अंदर जिहड़े चोर ठग लुटेरे बैठे आ, पहला आपां उन्हां दे नाल जंग लड़नी है। पहला आपां उन्हां ते जित प्राप्त करनी है। किने जित प्राप्त करनी है? राजे ने। राजा कौन है? राजा है मन। इसे करके साहिबा ने गुरबाणी दे विच समझा दिता, काया नगरी एह मन राजा। कहंदे काया एक नगरी है अते ये मन राजा है। इस राजे ने इस काया दे उत्ते राज स्थापित करना। राज कदों स्थापित होएगा? जदों ये पंजे चोरां नूं असीं मार मुका देवांगे, असीं मैदान दे विचों भजा देवांगे। जदों ये चोर अपना पानी भरन लग जाणगे, फिर की होएगा? फिर साडी मर्जी है कि असीं क्रोध दे विच आईए जां ना आईए। भाव वीर रस दे विच असीं आईए जां ना आईए, काम दी दिशा वल असीं जाइए जां ना जाइए, लोभ दी दिशा वल असीं जाइए जां ना जाइए, फिर उत्थे साडी मर्जी चलनी है। ये साडे पानी भरनगे कदों? जदों आपां इन्हां नूं जित लिया। हुण इन्हां नूं जितण दे लई ये भी गल नूं याद रख लईए कि आपां गल्लां गल्लां दे नाल नहीं जित सकदे। जे कोई आखे ना कि मैं गल्लां गल्लां दे नाल सौं के जित जावांगा, सौं के नहीं जितिया जाना। मैदाने जंग दे विच जूझना पैना है। गुरमुख प्यारिओ, मैदाने जंग दे विच जूझना पैना है। चुको फिर हुण अपने हथियार, हो जो फिर सावधान, सावधान एकाग्रचित हो जो। फिर हुण ध्यान रखियो कि तीर कमान किदां चलाउणे है। अंदर पाउण जांदी है, असी उचारण करांगे वाह, बाहर पाउण आउंदी है, असी उचारण करांगे गुरु। फिर दोबारा सुनो, अपने अंदर पाउण हवा श्वास प्रवेश करदा, असी उचारण करांगे वाह। जदों पाउण नाभि दे नाल टकरा के वापस गगन नूं आउंदी है, फिर उचारण होएगा गुरु। पहला निज़म, दूजा निज़म, अपनी आवाज नूं आप सुनना है। अपनी आवाज नूं आप सुनना है। तीजा निज़म, असी इस गुरमंत्र दे नाल प्यार भी करना है। भाव साडे बोलण दे विच प्यार होना चाहिए, साडे बोलण दे विच तड़फ होनी चाहिए है, साडे बोलण दे विच विराग होना चाहिए कि बहुत मुद्दतां हो गईयां, मैनू परम पिता परमात्मा दे नालों मेरा विछोड़ा पए नूं बहुत देर हो गई, मैं मेरे मालक नूं मिलन जा रहा। इस गुरमंत्र दे जरिए, ये गुरमंत्र एक ओ जहाज है जेड़े जहाज ने सानू लोक तो चुक के परलोक तक ले जाना। इस करके बार बार दास
ਸਿਮਰਨ ਦੇ ਉੱਤੇ ਜ਼ੋਰ ਦਿੰਦਾ ਹੈ। ਇਸ ਵੇਲੇ ਅਸੀਂ ਸਾਹਮਣੇ ਖਾਲੀ ਖਲਾ ਦੇ ਵਿੱਚ ਦੇਖਦੇ ਹੋਏ ਨੇਤਰਾਂ ਨੂੰ ਬੰਦ ਕਰ ਲੈਣਾ ਜੀ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਗੁਰਮੁਖ ਪਿਆਰਿਓ, ਆਪਾਂ ਨੇ ਗੁਰਮੰਤਰ ਨੂੰ ਉਚਾਰਨਾ ਬੰਦ ਕਰ ਦੇਣਾ ਹੈ। ਜੋ ਸ਼ਬਦ ਸੁਣ ਰਹੇ ਸੀ, ਆਪਾਂ ਗੁਰਮੰਤਰ ਨੂੰ ਸੁਣ ਰਹੇ ਸੀ, ਇਹ ਵੀ ਬੰਦ ਹੋ ਗਿਆ। ਹੁਣ ਗੁਰਮੰਤਰ ਦੀ ਥਾਂ ਦੇ ਉੱਤੇ ਆਪਾਂ ਨੇ ਅਨਹਦ ਬਾਣੀ ਨੂੰ ਸੁਣਨਾ ਹੈ। ਅਨਹਦ ਬਾਣੀ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਅਨਹਦ ਬਾਣੀ ਕਿੱਥੇ ਵੱਜਦੀ ਹੈ? ਆਪਣੀ ਕਾਇਆ ਦੇ ਵਿੱਚ ਵੱਜਦੀ ਹੈ। ਕਿਸ ਤਰੀਕੇ ਦੀ ਆਵਾਜ਼ ਹੈ ਅਨਹਦ ਬਾਣੀ ਦੀ? ਅਨਹਦ ਬਾਣੀ ਦੀ ਆਵਾਜ਼ ਹੈ ਜਿੱਦਾਂ ਚਿਮਟਾ ਖੜਕਦਾ, ਜਿੱਦਾਂ ਢੋਲਕੀ ਵੱਜਦੀ, ਹਾਰਮੋਨੀਅਮ ਚੱਲਦਾ, ਜਿੱਦਾਂ ਚਿੜੀਆਂ ਬੋਲਦੀਆਂ, ਜਿੱਦਾਂ ਬੱਦਲ ਗੱਜਦੇ ਆ। ਗੁਰਮੁਖ ਪਿਆਰਿਓ, ਐਦਾਂ ਦੀ ਕੋਈ ਵੀ ਆਵਾਜ਼ ਆਪਾਂ ਨੂੰ ਸੁਣੇ। ਜਿਸ ਦਿਨ ਵੀ ਉਹ ਆਵਾਜ਼ ਸੁਣਨ ਲੱਗ ਗਈ, ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝ ਲਿਓ। ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਮਹਿਸੂਸ ਕਰ ਲਿਓ। ਗੁਰਮੁਖ ਪਿਆਰਿਓ, ਇਹ ਜਿਹੜੀ ਅਨਹਦ ਬਾਣੀ ਹੈ ਸਾਡੇ ਅੰਦਰ ਚੱਲਦੀ ਹੈ, ਅਸੀਂ ਅੰਦਰੋਂ ਪ੍ਰਗਟ ਕਰਨਾ ਹੈ। ਅੰਦਰੋਂ ਹੀ ਇਸ ਨੂੰ ਪ੍ਰਗਟ ਕਰਨਾ ਹੈ। ਇਸ ਨੂੰ ਲੈਣ ਦੇ ਲਈ ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈ। ਜੇ ਕਿਤੇ ਬਾਹਰ ਜਾ ਰਹੇ ਹਾਂ ਅਸੀਂ ਇਸ ਨੂੰ ਲੈਣ ਦੇ ਲਈ, ਇਸ ਦਾ ਮਤਲਬ ਅਜੇ ਅਸੀਂ ਭਰਮ ਦੇ ਵਿੱਚ ਹਾਂ, ਅਜੇ ਭੁਲੇਖੇ ਦੇ ਵਿੱਚ ਹਾਂ। ਗੁਰੂ ਸਾਹਿਬਾਨ ਨੇ ਸਮਝਾ ਦਿੱਤਾ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਹੀ। ਕਹਿੰਦੇ ਫਿਰ ਤੂੰ ਭਰਮ ਦੇ ਵਿੱਚ ਜੇ ਬਾਹਰੋਂ ਲੱਭਦਾ।
ਹਾਂ ਬਾਹਰ ਜਾਣਾ ਹੈ ਆਪਾਂ ਨੇ ਕਾਹਦੇ ਲਈ? ਗਿਆਨ ਲੈਣ ਦੇ ਲਈ, ਸੰਗਤ ਕਰਨ ਦੇ ਲਈ। ਪਰ ਸੰਗਤ ਦੇ ਵਿੱਚ ਜਾ ਕੇ ਵੀ ਸਾਨੂੰ ਆਪਣੇ ਅੰਦਰ ਹੀ ਉਤਰਨਾ ਪਏਗਾ। ਜੋ ਅਸੀਂ ਬਾਹਰ ਢੋਲਕੀ ਚਿਮਟੇ ਛੈਣੇ ਵੱਜਦੇ ਸੁਣਦੇ ਹਾਂ, ਉਹਨਾਂ ਨੂੰ ਸੁਣਦੇ ਸੁਣਦੇ ਵੀ ਅਸੀਂ ਅੰਦਰ ਹੀ ਉਤਰਨਾ। ਜੋ ਅਸੀਂ ਬਾਹਰ ਅਖੰਡ ਜੋਤ ਵੇਖਦੇ ਹਾਂ, ਉਸ ਨੂੰ ਦੇਖ ਕੇ ਵੀ ਅਸੀਂ ਅੰਦਰ ਹੀ ਉਤਰਨਾ। ਸਾਡੇ ਅੰਦਰ ਵੀ ਇੱਕ ਅਖੰਡ ਜੋਤ ਚੱਲ ਰਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭਲਾਹੀ। ਕਹਿੰਦੇ ਇਸ ਦਾ ਮਤਲਬ ਤੂੰ ਭਰਮ ਦੇ ਵਿੱਚ ਹੈ ਅਜੇ। ਹੁਣ ਸਾਰੇ ਆਪਾਂ ਅੰਤਰ ਧਿਆਨ ਹੋ ਕੇ 2 ਮਿੰਟਾਂ ਦੇ ਲਈ ਸਿਰਫ ਬੈਠਾਂਗੇ। ਕੋਸ਼ਿਸ਼ ਕਰਿਓ ਕੋਈ ਫੁਰਨਾ ਨਾ ਆਵੇ। ਫੁਰਨਾ ਆਉਂਦਾ ਤਾਂ ਅੰਤਰਗਤ ਸਿਮਰਨ ਕਰ ਲੈਣਾ, ਜਾਂ ਫਿਰ ਸਵਾਸ ਨੂੰ ਅੰਦਰ ਭਰ ਲੈਣਾ। ਸਵਾਸ ਨੂੰ ਅੰਦਰ ਭਰ ਲੈਣਾ, ਭਰ ਕੇ ਅੰਦਰ ਰੋਕ ਲੈਣਾ ਜਿੰਨੀ ਦੇਰ ਰੋਕ ਸਕਦੇ ਹੋ। ਉਸ ਤੋਂ ਬਾਅਦ ਛੱਡ ਦੇਣਾ, ਫਿਰ ਭਰ ਲੈਣਾ, ਫਿਰ ਰੋਕ ਲੈਣਾ, ਫਿਰ ਛੱਡ ਦੇਣਾ। 2-3 ਵਾਰ ਇੱਦਾਂ ਕਰੋਗੇ ਤੁਹਾਡੇ ਫੁਰਨੇ ਖਤਮ ਹੋ ਜਾਣੇ ਹੈ। ਕਰੋ ਜੀ ਕਿਰਪਾ। ਸਾਰੇ ਗੁਰਮੁਖ ਆਰਾਮ ਨਾਲ 2 ਮਿੰਟਾਂ ਦੇ ਲਈ ਇੱਕ ਮਨ ਇੱਕ ਚਿੱਤ ਹੋ ਕੇ ਬਹਿ ਜਾਓ। ਵਾਹਿਗੁਰੂ ਵਾਹਿਗੁਰੂ। ਹੁਣ ਗੁਰਮੁਖ ਪਿਆਰਿਓ, ਆਪਾਂ ਇਹਨਾਂ ਨੇਤਰਾਂ ਨੂੰ ਖੋਲਾਂਗੇ ਤੇ ਬਿਲਕੁਲ ਨੇੜੇ ਦੇਖਾਂਗੇ। ਨੇੜੇ ਦੇਖਦੇ ਹੋਏ ਨੇਤਰਾਂ ਨੂੰ ਖੋਲਣ ਦੀ ਕੋਸ਼ਿਸ਼ ਕਰੋ। ਜਿਉਂ ਹੀ ਆਪਾਂ ਨੇਤਰ ਖੋਲੇ, ਕੁਝ ਜੀਵਾਂ ਨੂੰ ਇੱਥੇ ਪ੍ਰਕਾਸ਼ ਨਜ਼ਰ ਆ ਜਾਂਦਾ ਹੈ, ਕੁਝ ਜੀਵਾਂ ਨੂੰ ਧੁੰਦਲਾਪਣ ਨਜ਼ਰ ਆ ਜਾਂਦਾ ਹੈ। ਜੋ ਜੀਵਾਂ ਨੂੰ ਧੁੰਦਲਾਪਣ ਨਜ਼ਰ ਆਉਂਦਾ ਹੈ, ਉਹਨਾਂ ਨੇ ਧੁੰਦਲੇਪਣ ਨੂੰ ਪਿਆਰ ਦੇ ਨਾਲ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ। ਮੇਰੇ ਮਾਲਕ ਨੇ ਕਿਰਪਾ ਕਰ ਦੇਣੀ ਹੈ, ਬਖਸ਼ਿਸ਼ ਕਰ ਦੇਣੀ ਹੈ, ਇਸ ਧੁੰਦਲੇਪਣ ਨੂੰ ਦੂਰ ਕਰ ਦੇਣਾ। ਇੱਥੇ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋ ਜਾਣੇ ਆ। ਇਸ ਤਰੀਕੇ ਨਾਲ ਗੁਰਮੁਖ ਰੋਜ਼ ਪ੍ਰੈਕਟੀਕਲ ਕਰਨਾ, ਪ੍ਰੈਕਟਿਸ ਕਰਨੀ ਹੈ। ਕਰਦੇ ਕਰਦੇ ਅੱਜ ਕੁਝ, ਕੱਲ ਕੁਝ, ਅੱਜ ਕੁਝ, ਕੱਲ ਕੁਝ ਮੇਰੇ ਮਾਲਕ ਨੇ ਬਖਸ਼ਿਸ਼ ਕਰ ਦੇਣੀ ਹੈ, ਕਿਰਪਾ ਕਰ ਦੇਣੀ ਹੈ। ਹੁਣ ਗੁਰਮੁਖ ਪਿਆਰਿਓ, ਨੇਤਰਾਂ ਨੂੰ ਖੋਲਦੇ ਜਾਓ, ਖੋਲਦੇ ਜਾਓ, ਖੋਲਦੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿਨ੍ਹਾਂ ਨੇ ਬੜੇ ਆਰਾਮ ਦੇ ਨਾਲ ਬਹਿ ਕੇ ਮੇਰੇ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਏ ਆ ਅਤੇ ਸਿਮਰਨ ਅਭਿਆਸ ਪ੍ਰੈਕਟੀਕਲ ਵੀ ਕੀਤਾ ਅਤੇ ਮਾਲਕ ਦੇ ਅੱਗੇ ਜੋਦੜੀਆਂ ਵੀ ਕੀਤੀਆਂ ਕਿ ਮੇਰੇ ਮਾਲਕਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਪਵਜ਼ਲ ਫੇਰਾ। ਮੇਰੇ ਮਾਲਕਾ, ਸਾਡੇ ਕੋਲੋਂ ਹੁਣ ਦੁਬਾਰਾ ਫੇਰਾ ਨਹੀਂ ਪਾਇਆ ਜਾਣਾ। ਤੂੰ ਸਾਨੂੰ ਬਖਸ਼ ਲੈ, ਸਾਡੇ ਤੇ ਕਿਰਪਾ ਕਰ, ਰਹਿਮ ਕਰ, ਸਾਡੇ ਤੇ ਤਰਸ ਕਰ। ਇਹ ਸਾਡਾ ਬੇੜਾ ਭਵਜਲ ਤੋਂ ਪਾਰ ਲਾ ਦੇ। ਗੁਰਮੁਖ ਪਿਆਰਿਓ, ਜਿੰਨੇ ਮਰਜ਼ੀ ਅਸੀਂ ਅਭਿਆਸੀ ਹੋਈਏ, ਜਿੰਨੇ ਮਰਜ਼ੀ ਅਸੀਂ ਨਾਮ ਦੇ ਰਸੀਏ ਹੋਈਏ, ਪਰ ਅਜੇ ਇਹ ਸੋਚ ਲੈਣਾ ਕਿ ਸਾਡੀ ਕਿਸ਼ਤੀ ਸਮੁੰਦਰ ਦੇ ਵਿਚਾਲੇ ਹੈ। ਪਤਾ ਨਹੀਂ ਕਦੋਂ ਕੀ ਹੋ ਜਾਣਾ। ਭਗਤ ਕਬੀਰ ਕਹਿ ਰਹੇ ਹੈ, ਕਬੀਰ ਅਜੇ ਸੁਨਾਬ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਕਹਿੰਦੇ ਪਤਾ ਨਹੀਂ ਕੀ ਹੋ ਜਾਣਾ। ਅਜੇ ਆਪਣੀ ਨਾਵ ਮੀਨਜ ਕਿਸ਼ਤੀ ਬੇੜੀ ਅਜੇ ਸਮੁੰਦਰ ਦੇ ਵਿੱਚ ਹੈ, ਕਿਨਾਰੇ ਤੇ ਨਹੀਂ ਲੱਗੀ। ਇਸ ਕਰਕੇ ਗੁਰਮੁਖ ਪਿਆਰਿਓ, ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਇਸ ਨੂੰ ਚਿਤਾਰੀ ਜਾਣਾ, ਇਸ ਨੂੰ ਧਿਆਈ ਜਾਣਾ ਅਤੇ ਪਰਹੇਜ ਦਾ ਖਾਸ ਕਰਕੇ ਧਿਆਨ ਰੱਖਣਾ। ਅਸੀਂ ਕਦੋਂ ਪਰਹੇਜ ਨੂੰ ਤੋੜਦੇ ਹਾਂ? ਜਦੋਂ ਆਪਣੇ ਆਪ ਨੂੰ ਚੰਗੇ ਕਹਿੰਦੇ ਹਾਂ। ਪਰ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਇਹ ਗੱਲ ਦਾ ਵੀ ਆਪਾਂ ਨੇ ਧਿਆਨ ਰੱਖਣਾ। ਬਾਕੀ ਗੁਰਮੁਖੋ, ਇੰਨੀ ਹਾਜ਼ਰੀ ਨੂੰ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ ਇੱਕ ਨਹੀਂ, ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ
ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਜੋਗੋਂ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ